ਦੌੜ ਕਰਕੇ ਕਿਉਂ ਸ੍ਰੀ ਨਾਤਾ ਮਾਂ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਵਿਖੇ ਜੋੜ ਕੇ ਪ੍ਰੇਮ ਪਿਆਰ ਦੁਆਰਾ ਸਲਾਮ ਕਰੋ ਜੀ ਅਤੇ ਇੱਕ ਵਾਰੀ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਭਗਤ ਪ੍ਰਹਲਾਦ ਜੀ ਕਹਿਣ ਲੱਗੇ ਕਿ ਮੇਰੇ ਪਿਤਾ ਹਰਨਾਕਸ਼ ਨੇ ਤੇ ਜਿਹੜੀ ਗਦਾ ਦਾ ਅਰਥ ਹੈ ਗੁਰਜ ਆਕੜ ਕਰਕੇ ਜ਼ੋਰ ਦੇ ਨਾਲ ਮਾਰੀ ਹੈ। ਇਧਰ ਉਧਰ ਫੇਰ ਕਰਕੇ ਵਿਚਰ ਕਰਕੇ ਦਾ ਜਿਹੜਾ ਹੈ ਉਹ ਵਿਚਾਰਿਆ ਹੈ। ਦੂਸਰੀ ਵਾਰ ਜਦੋਂ ਇਸ ਹਰਨਾਕਸ਼ ਦੈਂਤ ਨੇ ਨਾਥ ਸਿੰਘ ਜੀ ਦਾ ਨੇੜਾ ਕੀਤਾ ਹੈ, ਭਾਵ ਉਹਨਾਂ ਦੇ ਨੇੜੇ ਹੋਇਆ ਹੈ। ਸੁਭਾਏਮਾਨ ਸ੍ਰੀ ਨਾਥ ਸਿੰਘ ਜੀ ਨੇ ਤਦੋਂ ਇਸ ਹਰਨਾਕਸ਼ ਦੈਂਤ ਨੂੰ ਪਕੜ ਲਿਆ ਹੈ, ਫੜ ਲਿਆ ਹੈ। ਬਿਨਾਂ ਯਤਨ ਤੋਂ, ਬਗੈਰ ਯਤਨ ਤੋਂ, ਜਿਵੇਂ ਕਰੜ ਸੱਪ ਨੂੰ ਪਕੜ ਲੈਂਦਾ ਹੈ। ਤਿਵੇਂ ਹੀ ਇਸ ਪ੍ਰਕਾਰ ਹੀ ਇਸ ਹਰਨਾਕਸ਼ ਨੂੰ ਪਕੜ ਲਿਆ ਹੈ ਤੇ ਹੁਣ ਛੋਟਣ ਨੂੰ ਚਾਹੁੰਦਾ ਹੈ। ਕੌਤੁਕ ਵਾਸਤੇ ਮਾਲਕ ਵਾਹਿਗੁਰੂ ਨੇ ਫਿਰ ਇਸ ਦੇ ਤਾਈ ਨਾਥ ਸਿੰਘ ਜੀ ਨੇ ਛੱਡ ਦਿੱਤਾ। ਤੇ ਹਰਨਾਕਸ਼ ਦੈਂਤ ਨਾਥ ਸਿੰਘ ਜੀ ਦੇ ਪਾਸੋਂ ਛੁੱਟ ਕਰਕੇ ਤੇ ਤਦੋਂ ਬੜਾ ਭਿਆਨਕ ਗਰਜਿਆ ਹੈ। ਉਧਰੋਂ ਆਕਾਸ਼ ਮੰਡਲ ਦੇ ਵਿੱਚ ਸਾਰੇ ਜਿਹੜੇ ਦੇਵਤੇ ਨੇ ਉਹ ਹਾਹਾਕਾਰ ਕਰ ਰਹੇ ਹਨ, ਬੜਾ ਰੌਲਾ ਪਾ ਰਹੇ ਹਨ। ਤੇ ਬੱਦਲਾਂ ਦਾ ਜਿਹੜਾ ਪਰਦਾ ਹੈ ਉਸ ਨੂੰ ਦੂਰ ਕਰਕੇ ਦੇਖਦੇ ਹਨ ਤੇ ਹਿਰਦੇ ਵਿੱਚ ਦੇਵਤੇ ਡਰਦੇ ਹਨ। ਮਾਲਕ ਦੇ ਜ਼ੋਰ ਦੇ ਵਿੱਚ ਉਹ ਸ਼ੰਕਾ ਮੰਨਦੇ ਹਨ ਬਈ ਕਿਤੇ ਹਰਨਾਕਸ਼ ਦੈਂਤ ਦੇ ਅੱਗੇ ਹਾਰ ਨਾ ਜਾਣ। ਕਿਉਂ ਨਾਥ ਸਿੰਘ ਜੀ ਦੇ ਬਲ ਵਿੱਚ, ਜ਼ੋਰ ਵਿੱਚ ਸ਼ੰਕਾ ਮੰਨਦੇ ਹਨ, ਡਰ ਮੰਨਦੇ ਹਨ। ਤੇ
ਤੇ ਇਹ ਇਉਂ ਖੇਲ ਹੈ ਜਿਵੇਂ ਖਗ ਪਤ ਕਹਿੰਦੇ ਨੇ ਗਰੜ, ਤੇ ਉਹ ਸੱਪ ਦੇ ਨਾਲ ਪਕੜ ਕੇ ਖੇਲ ਕੱਢਦਾ ਹੈ। ਜਿਵੇਂ ਖੇਲਣ ਵਾਸਤੇ ਇਉਂ ਇਹਨੂੰ ਛੱਡ ਕੇ ਨਰ ਸਿੰਘ ਜੀ ਨੇ ਤਾਂ ਖੇਲ ਕੀਤਾ ਹੈ। ਲਖਤ ਨਾ ਕਰਹਿ ਕਿਰਪਾ ਨਕੇਤਾ, ਤੇ ਇਸ ਪ੍ਰਕਾਰ ਦੇਵ ਤੇ ਕਿਰਪਾ ਦੇ ਘਰ ਨਰ ਸਿੰਘ ਜੀ ਬਾਰੇ ਜਾਣਦੇ ਨਹੀਂ ਹਨ। ਪੁਨ ਧਨ ਜੇਸ ਲਏ ਅਸ ਢਾਲਾ, ਤੇ ਇਹ ਦੇਵਤੇ ਜਾਣਦੇ ਨਹੀਂ ਵੀ ਕਿਰਪਾ ਦੇ ਘਰ ਨਰ ਸਿੰਘ ਜੀ, ਸਮਝਦੇ ਨਹੀਂ ਦੇਵਤੇ ਵੀ ਇਹ ਤਾਂ ਖੇਲ ਹੀ ਕਰ ਰਹੇ ਹਨ ਇਹਦੇ ਨਾਲ। ਉਹਨ ਦਾਨ ਜੇਸ ਲਏ ਅਸ ਢਾਲਾ, ਇਹ ਜਿਹੜਾ ਹਰਨਾਕਸ਼ ਦੈਂਤ ਹੈ ਤਲਵਾਰ ਅਤੇ ਢਾਲ ਲੈ ਕਰਕੇ ਆਇਓ ਪ੍ਰਭ ਸਮੀਪ ਤਤ ਕਾਲਾ, ਤੇ ਛੇਤੀ ਨਰ ਸਿੰਘ ਜੀ ਦੇ ਪਾਸ ਤਦੋਂ ਆਇਆ ਹੈ। ਸ੍ਰੀ ਨਰ ਸਿੰਘ ਗਰਜ ਧੁਨ ਭੋਰਾ, ਸੁਭਾਏ ਮਾਨ ਨਰ ਸਿੰਘ ਜੀ ਨੇ ਤਦੋਂ ਬੜੀ ਭਿਆਨਕ ਆਵਾਜ਼ ਦੇ ਵਿੱਚ ਗਰਜ ਕਰਕੇ ਦਾਰੁਣ ਕੀ ਚਹੁੰਪੋਰ ਕਠੋਰਾ, ਅਤੇ ਚਾਰੇ ਤਰਫਾਂ ਤੋਂ ਸਖਤ ਭਿਆਨਕ ਆਪਣਾ ਰੂਪ ਕੀਤਾ ਹੈ। ਦੌਰ ਗਹਿਓ ਤਨ ਜਿਸ ਐਸੇ, ਦੌੜ ਗਹਿਓ ਤਨ ਜਿਸ ਹੈ ਐਸੇ, ਦੈਂਤਾਂ ਦੇ ਮਾਲਕ ਰਾਜੇ ਹਰਨਾਕਸ਼ ਨੂੰ ਦੌੜ ਕਰਕੇ ਇਸ ਪ੍ਰਕਾਰ ਪਕੜਿਆ ਹੈ। ਕਹਿ ਦੇਤ ਨੀਲ ਕਾ ਜੈਸੇ, ਜਿਸ ਪ੍ਰਕਾਰ ਡੱਡੂ ਦੇ ਤਾਈ ਸੱਪ ਪਕੜ ਲੈਂਦਾ ਹੈ। ਹੱਥ ਰਾਤ ਭਾਜਨ ਕਿਤ ਪੁੱਤ ਕੋ, ਤੇ ਹੁਣ ਹਰਨਾਕਸ਼ ਦੈਂਤ ਹਰ ਪ੍ਰਾਤ ਇਧਰ ਉਧਰ ਨੂੰ, ਤੇ ਉਹ ਹਰ ਪ੍ਰਾਤ ਦਾ ਅਰਥ ਹੈ ਬਈ ਛੁੱਟਣ ਦੀ ਇੱਛਾ ਕਰਕੇ ਤੇ ਫੜਫੜਾ ਕਰਕੇ ਇਧਰ ਨੂੰ ਭੱਜਦਾ ਹੈ। ਗਹਿਰੀ ਨਾ ਜਾਣਦੀ ਕਿਤ ਕੋ, ਸ੍ਰੀ ਨਰ ਸਿੰਘ ਜੀ ਨੇ ਪਰਪੱਕ ਕਰਕੇ ਪਕੜ ਲਿਆ ਹੈ ਤੇ ਕਿਸੇ ਪਾਸੇ ਨੂੰ ਜਾਣ ਨਹੀਂ ਦਿੱਤਾ ਹੈ। ਤੇ ਸੇਨ ਸਭਾ ਦਵਾਰ ਕੇ ਥਾਨਾ, ਤੇ ਉਸ ਵੇਲੇ ਜਿਹੜੀ ਸਭਾ ਸੀ ਉਸ ਦੇ ਦਰਵਾਜ਼ੇ ਦੇ ਵਿੱਚ ਗੁਰੂ ਪਰ ਸ੍ਰੀ ਭਗਵਾਨਾ, ਸ੍ਰੀ ਨਰ ਸਿੰਘ ਜੀ ਨੇ ਜੋ ਖਟ ਭਗਾਂ ਸਪਨ ਤਾਰਨ ਯਾਸ ਬੈਦਾਗ ਹੁਣ ਐਸ਼ਵਰਜ ਸ਼੍ਰੀ ਕਲਿਆਣ, ਜਾਂ ਖਟ ਭਗਾਂ ਸਪਨ ਜੋ ਤਾਹੇ ਕਹਿਤ ਭਗਵਾਨ। ਤੇ ਉਸ ਵੇਲੇ ਸ੍ਰੀ ਸੁਭਾਏ ਮਾਨ ਨਰ ਸਿੰਘ ਜੀ ਨੇ ਆਪਣੇ ਪੱਟਾਂ ਦੇ ਉੱਪਰ ਰੱਖ ਕਰਕੇ ਪੂਰਨ ਨਟ ਸੋ ਉਦਰ ਬਿਦਾਰਾ, ਪੂਰਨ ਦਾ ਅਰਥ ਹੈ ਛੇਤੀ, ਨੌਹਾਂ ਦੇ ਨਾਲ ਇਹਦਾ ਜਿਹੜਾ ਪੇਟ ਹੈ ਉਹ ਪਾੜ ਦਿੱਤਾ ਹੈ, ਨਾਸ ਕਰ ਦਿੱਤਾ ਹੈ। ਮਹਾਬਲੀ ਇੱਕ ਛਿਨ ਮੈਂ ਮਾਰਾ, ਜਿਹੜਾ ਹਰਨਾਕਸ਼ ਦੈਂਤ ਮਹਾਨ ਬਲ ਵਾਲਾ ਸੀ, ਇੱਕ ਛਿਣ ਦੇ ਵਿੱਚ ਇਸ ਦੇ ਤਾਈ ਸ੍ਰੀ ਨਰ ਸਿੰਘ ਜੀ ਨੇ ਮਾਰ ਦਿੱਤਾ ਹੈ। ਨਹਿ ਅੰਤਰ ਨਹਿ ਬਾਹਰ ਕਿਨਾ, ਉਸ ਵੇਲੇ ਨਾ ਅੰਦਰ ਤੇ ਨਾ ਬਾਹਰ ਕੀਤਾ ਹੈ। ਬਿਓਸ ਨਾ ਨਿਸਾ
ਇਸ ਨੇ ਪਹਿਲਾਂ ਬ੍ਰਹਮਾ ਦੇ ਪਾਸੋਂ ਵਰ ਲਏ ਸੀ ਵੀ ਮੈਂ ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਤੇ ਇਸ ਲਈ ਇਹਨੂੰ ਨਾ ਅੰਦਰ ਕੀਤਾ ਹੈ ਮਹੱਲ ਦੇ ਤੇ ਨਾ ਬਾਹਰ ਕੀਤਾ ਹੈ। ਤੇ ਜਿਹੜੀ ਦਹਲੀਜ਼ ਹੈ ਦੇਹਲੀ ਹੈ ਉਹਦੇ ਉੱਪਰ ਤੇ ਪੱਟਾਂ ਦੇ ਉੱਪਰ ਰੱਖ ਕੇ ਇਸ ਨੂੰ ਮਾਰਿਆ। ਦਿਓਸ ਨਾ ਨਿਸਹ ਜਬੈ ਹਨ ਦੀਨ, ਉਸ ਵੇਲੇ ਨਾ ਦਿਨ ਸੀ ਤੇ ਨਾ ਰਾਤ ਸੀ ਜਦੋਂ ਇਸ ਨੂੰ ਮਾਰ ਦਿੱਤਾ ਹੈ। ਭਾਵ ਦਿਨ ਦਾ ਛਪਾ ਸੀ। ਨਹਿ ਧਰਨੀ ਨਹਿ ਅੰਬਰ ਮਾਹੀ, ਤੇ ਨਾ ਧਰਤੀ ਦੇ ਵਿੱਚ ਹੈ ਤੇ ਨਾ ਆਕਾਸ਼ ਦੇ ਵਿੱਚ। ਆਪਣੇ ਪੱਟਾਂ ਤੇ ਰੱਖ ਕੇ ਇਹਨੂੰ ਮਾਰ ਦਿੱਤਾ ਹੈ। ਜਤ ਮ੍ਰਿਤਕ ਦੋ ਬਿਦ ਨਖ ਨਾਹੀ, ਤੇ ਜਿਹੜੇ ਨੌ ਹਨ ਉਹ ਨਾ ਜਿਉਂਦੇ ਹਨ ਤੇ ਨਾ ਮਰੇ ਹੋਏ ਹਨ। ਇਸ ਪ੍ਰਕਾਰ ਨੌਹਾਂ ਦੇ ਬਾਰੇ ਨਾ ਜਿਉਂਦੇ ਹਨ ਨਾ ਮੋਏ ਹਨ, ਕਿਉਂਕਿ ਇਹਨਾਂ ਨੂੰ ਕੱਟਿਆ। ਪੱਕਾ ਨੌ ਜਦੋਂ ਕੱਟਿਆ ਜਾਵੇ ਪੀੜ ਨਹੀਂ ਕਰਦੀ, ਇਸ ਲਈ ਮੋਏ ਹਨ, ਜਿਉਂਦੇ ਨਹੀਂ। ਤੇ ਫਿਰ ਜਦ ਵੱਧਦੇ ਹਨ ਤੇ ਜਿਹੜੀ ਵੱਧਦੀ ਸ਼ੈ ਹੁੰਦੀ ਹੈ ਤੇ ਉਹ ਮੋਏ ਹੋਏ ਨਹੀਂ। ਇਸ ਕਰਕੇ ਨਾ ਨੌ ਮਰੇ ਹੋਏ ਨੇ ਨਾ ਜਿਉਂਦੇ, ਤੇ ਨੌਹਾਂ ਦੇ ਨਾਲ ਇਸ ਨੂੰ ਮਾਰ ਦਿੱਤਾ ਹੈ, ਚੀਰ ਕਰਕੇ ਪਾੜ ਕਰਕੇ। ਇਹਨੇ ਕਿਹਾ ਸੀ ਕਿ ਮੈਂ ਕਿਸੇ ਸ਼ਾਸਤਰ ਦੇ ਨਾਲ ਨਾ ਮਰਾਂ, ਤੇ ਉਹ ਵੀ ਇਹਦਾ ਵਾਅਦਾ ਪੂਰਾ ਕਰ ਦਿੱਤਾ ਹੈ। ਵਾਅਦਾ ਬਿਦ ਕੀ ਰਚਨਾ ਜਨਮ ਨ ਲੀਨਾ, ਤੇ ਇਹਨੇ ਕਿਹਾ ਸੀ ਕਿ ਤੁਹਾਡੀ ਰਚਨਾ ਦੇ ਵਿੱਚੋਂ ਕੋਈ ਮੈਨੂੰ ਮਾਰ ਨਾ ਸਕੇ, ਬ੍ਰਹਮਾ ਨੂੰ ਕਿਹਾ ਸੀ। ਤੇ ਸ੍ਰੀ ਨਰ ਸਿੰਘ ਜੀ ਨੇ ਬ੍ਰਹਮਾ ਦੀ ਜਿਹੜੀ ਰਚਨਾ ਹੈ ਉਹਦੇ ਵਿੱਚੋਂ ਜਨਮ ਨਹੀਂ ਲਿਆ ਹੈ। ਸਿਰਾ ਥੰਬ ਤੇ ਨਿਜ ਸਫਰ ਬਿਨਾ, ਚਾਤਰ ਨਰ ਸਿੰਘ ਜੀ ਨੇ ਜਿਹੜਾ ਪੱਥਰ ਦਾ ਥੰਬੜਾ ਹੈ ਉਸ ਦੇ ਵਿੱਚੋਂ ਨਿਕਲ ਕਰਕੇ ਕਰੇ ਸਾਥ ਸਭ ਬਚਨ ਵਿਧਾਤਾ, ਤੇ ਜਿਹੜੇ ਬ੍ਰਹਮਾ ਦੇ ਬਚਨ ਸਨ ਉਹ ਸਾਰੇ ਸ੍ਰੀ ਨਰ ਸਿੰਘ ਜੀ ਨੇ ਸੱਚੇ ਕੀਤੇ ਹਨ, ਪੂਰੇ ਕੀਤੇ ਹਨ। ਮਾਨਵ ਹਨਿਓ ਭਗਤ ਦੁਖ ਦਾਤਾ, ਜਿਹੜਾ ਭਗਤਾਂ ਨੂੰ ਦੁੱਖ ਦੇਣ ਵਾਲਾ ਸੀ ਐਸਾ ਹਰਨਾਕਸ਼ ਦੈਂਤ ਮਾਰ ਦਿੱਤਾ। ਹਾਰ ਜੁਗ ਜੁਗ ਭਗਤ ਉਪਾਇਆ, ਬੈਜ ਰੱਖਦਾ ਆਇਆ ਰਾਮ ਰਾਜੀ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ। ਭਗਤਾਂ ਨੂੰ ਦੁੱਖ ਦੇਣ ਵਾਲਾ ਹਰਨਾਕਸ਼ ਦੈਂਤ ਮਾਰ ਦਿੱਤਾ ਹੈ। ਉਦਰ ਬਿਦਾਰਿਓ ਕਰੋਧ ਅਪਾਰਾ, ਅਤੇ ਬੇਅੰਤ ਗੁੱਸਾ ਕਰਕੇ ਇਹਨੂੰ ਪੇੜ ਤੋਂ ਪਾੜ ਕੇ ਨਾਸ ਕਰ ਦਿੱਤਾ ਹੈ। ਕਾਲ ਭਿਆਨ ਜਨ ਬਦਨ ਪਸਾਰਾ, ਤੇ ਜਿਵੇਂ ਕਾਲ ਭਿਆਨਕ ਹੁੰਦਾ ਹੈ ਇਉਂ ਮੁਖ ਫਲਾਇਆ ਹੈ। ਉਨਤ ਸੋ ਭੀਗੇ ਸਭ ਅੰਗਾ, ਇਹ ਜਿਹੜਾ ਨਰ ਸਿੰਘ ਜੀ ਹੈ ਉਧਰ ਬਿਦਾਰਿਓ ਕ੍ਰੋਧ ਅਪਾਰ, ਜਦੋਂ ਹਰਨਾਕਸ਼ ਨੂੰ ਨਾਸ ਕੀਤਾ ਹੈ ਪੇਟ ਤੋਂ ਪਾੜ ਕੇ ਬੇਅੰਤ ਗੁੱਸਾ ਆਇਆ। ਮਾਨੋ ਭਿਆਨਕ ਕਾਲ ਨੇ ਹੀ ਆਪਣਾ ਮੁਖ ਪਸਾਰਿਆ ਹੈ, ਫੈਲਾਇਆ ਹੈ। ਸਰੌਣ ਸੋ ਭੀਗੇ ਸਭ ਅੰਗਰ, ਸ੍ਰੀ ਨਰ ਸਿੰਘ ਜੀ ਦੇ ਲਹੂ ਦੇ ਨਾਲ ਸਾਰੇ ਅੰਗ ਭਿੱਜ ਗਏ ਹਨ। ਸੁੰਦਰ ਸੋਭਤ ਭਏ ਸੁਰੰਗਾ, ਤੇ
ਲੜਾਈ ਕਰਨ ਵਾਸਤੇ, ਜੰਗ ਕਰਨ ਵਾਸਤੇ ਆਏ ਹਨ। ਕਹਿ ਸੰਗ ਲਖਾ ਜੁਧ ਮਾਰੇ। ਤਦੋਂ ਸ੍ਰੀ ਨਰ ਸਿੰਘ ਜੀ ਨੇ ਪਕੜ ਪਕੜ ਕੇ ਨੌਹਾਂ ਦੇ ਨਾਲ ਹੀ, ਭਾਵ ਨੌਹਾਂ ਰੂਪ ਸ਼ਾਸਤਰਾਂ ਦੇ ਨਾਲ ਮਾਰ ਦਿੱਤੇ ਹਨ। ਸਗਰੇ ਛਿਵ ਜਟ ਵਿਖੇ ਸੰਘਾਰੇ। ਸਾਰੇ ਜਿਹੜੇ ਦੈਂਤ ਸੀ ਇੱਕ ਛਿਣ ਦੇ ਵਿੱਚ ਨਾਸ ਕਰ ਦਿੱਤੇ ਹਨ। ਤਦ ਨ ਕ੍ਰੋਧ ਸ਼ਾਂਤ ਕੋ ਪਾਵਾ। ਤਾਂ ਵੀ ਜਿਹੜਾ ਕ੍ਰੋਧ ਹੈ ਉਹਦੇ ਵੱਲੋਂ ਸ਼ਾਂਤੀ ਨਹੀਂ ਪਾਉਣਾ ਕੀਤੀ। ਤਬ ਹੀ ਕੰਧ ਕੇਸ ਚਿਹਰਾਵਾ। ਤਾਂ ਮੋਢਿਆਂ ਦੇ ਉੱਪਰ ਜਿਹੜੇ ਕੇਸ ਨੇ ਉਹ ਹਲਾਏ ਹਨ। ਵੱਖਰੇ ਵੱਖਰੇ ਆਕਾਸ਼ ਦੇ ਵਿੱਚ ਬੱਦਲ ਹੋ ਗਏ ਹਨ। ਸੋਬਤ ਪ੍ਰਣਿਤ ਪਹੁੰਚੇ ਸਵਾਸਾ। ਸ਼ੋਭਤ ਪੈ ਨਿਧ ਪਹੁੰਚੇ ਸਵਾਸਾਂ। ਤੇ ਇਸ ਪ੍ਰਕਾਰ ਕਿ ਜਦੋਂ ਸਵਾਸਾਂ ਦਾ ਵੇਗ ਉੱਪਰ ਨੂੰ ਪਹੁੰਚਿਆ ਤੇ ਉਸ ਵੇਲੇ ਤੇ ਸਮੁੰਦਰ ਨੂੰ ਸ਼ੋਭ ਹੋਇਆ ਹੈ, ਉਛਲਿਆ ਹੈ। ਬਹੁਵਰ ਧਾਰ ਪ੍ਰਭੂ ਦਿਲ ਜਾਨਾ। ਬਹੁਤ ਸਾਰਾ ਬਲ ਜੋਰ ਧਾਰ ਕੇ ਸ੍ਰੀ ਨਰ ਸਿੰਘ ਜੀ ਗਰਜਿਆ ਹੈ। ਬ੍ਰਹਮੰਡ ਸਾਗਰ ਕਟਲਾਨਾ। ਗਰਜਨਾ ਨੂੰ ਸੁਣ ਕੇ ਸਾਰੇ ਜਿਹੜੇ ਬ੍ਰਹਮੰਡ ਨੇ ਤੇ ਉਹ ਵਿਆਕੁਲ ਹੋਏ ਨੇ। ਵਿਚਲ ਗਏ ਜੇ ਦੇਵ ਵਿਮਾਨਾ। ਤੇ ਆਕਾਸ਼ ਦੇ ਵਿੱਚ, ਬ੍ਰਹਮੰਡ ਦੇ ਵਿੱਚ ਜਿਹੜੇ ਦੇਵਤਿਆਂ ਦੇ ਵਿਮਾਨ ਸੀ ਤੇ ਉਹ ਖਿੱਲਰ ਗਏ ਹਨ, ਖਿੰਡ ਗਏ ਹਨ। ਉਡਗਨ ਗਿਰੇ ਮਹਾ ਪੈਮਾਨਾ। ਉਡਕਣ ਦਾ ਅਰਥ ਹੈ ਜਿਹੜੇ ਤਾਰੇ ਨੇ ਉਹ ਡਿੱਗੇ ਹਨ, ਮਹਾਨ ਡਰ ਮੰਨਿਆ ਹੈ। ਚਰਨਨ ਸੰਗ ਦੁਖਤ ਭੀ ਧਰਨੀ। ਅਤੇ ਨਰ ਸਿੰਘ ਜੀ ਦੇ ਚਰਨਾਂ ਦੇ ਨਾਲ ਜਦੋਂ ਵਿਚਰਦੇ ਨੇ ਤੇ ਧਰਤੀ ਬੜੀ ਦੁੱਖ ਦੇ ਸਮੇਤ ਹੋਈ ਹੈ। ਪ੍ਰਬਲ ਤੇਜ ਕੋ ਸਕਤ ਹੈ ਬਰਮੀ। ਤੇ ਮਹਾਨ ਤੇਜ ਪ੍ਰਤਾਪ ਦਾ ਜਿਹੜਾ ਬਲ ਹੈ, ਸਖਤ ਹੈ ਵਰਣੀ। ਤੇ ਭਾਵ ਉਹ ਸਖਤ ਹੈ ਵਰਣੀ, ਇਹਦੀ ਸ਼ਕਤੀ ਹੈ ਜਿਹੜਾ ਵਰਣਨ ਕਰ ਸਕੇ। ਜਾਂ ਸਕ ਦੇਹ ਦਾ ਪ੍ਰਛੇਦ ਕਰੀਏ ਤਾਂ ਅਰਥ ਇਉਂ ਬਣਦਾ ਹੈ ਕਿ ਤਿਸ ਨੂੰ ਕੌਣ ਵਰਣਨ ਕਰ ਸਕੇ, ਮਹਾਨ ਸ਼ਕਤੀ ਦੇ ਤਾਈ। ਜਬ ਕਹਿ ਬਾਲਕ ਰਹਿਣ ਕੋਈ। ਜਦੋਂ ਉੱਥੇ ਦੈਂਤ ਕੋਈ ਨਾ ਰਿਹਾ। ਲਖਾ ਜੁਧ ਤੇ ਮ੍ਰਿਤ ਸਭ ਹੋਈ। ਨੌਹਾਂ ਰੂਪੀ ਸ਼ਾਸਤਰਾਂ ਦੇ ਨਾਲ ਸਭ ਦੀ ਮੌਤ ਹੋਈ ਹੈ। ਸਭ ਸਿੰਘਾਸਨ ਬੈਠੇ ਜਾਈ। ਉਦੋਂ ਸ੍ਰੀ ਨਰ ਸਿੰਘ ਜੀ ਸਿੰਘਾਸਨ ਦੇ ਉੱਪਰ ਜਾ ਕਰਕੇ ਬੈਠੇ ਹਨ। ਸੁਮਨ ਵਰਖਾ ਵਰਖਾਈ। ਤੇ ਆਕਾਸ਼ ਦੇ ਵਿੱਚੋਂ ਤੇ ਦੇਵਤਿਆਂ ਨੇ ਫੁੱਲਾਂ ਦੀ ਵਰਖਾ ਕੀਤੀ ਹੈ। ਕੌਣ ਰਾਖਸ ਕਾ ਕਾਟਾ ਸੀਸਾ, ਸ੍ਰੀ ਆਸਕੇਤ ਜਗਤ ਭਏ। ਇਸ ਪ੍ਰਕਾਰ ਉਹ ਮਨ ਬ੍ਰੇਸ਼ਟ ਗਗਨ ਤੇ ਭਈ। ਸਤਿਗੁਰੂ ਸਾਹਿਬ ਜੀ ਨੇ ਚੌਪਈ ਸਾਹਿਬ ਦੇ ਵਿੱਚ ਵੀ ਬਚਨ ਕਹੇ। ਔਰ ਉਸ ਵੇਲੇ ਆਕਾਸ਼ ਦੇ ਵਿੱਚੋਂ ਦੇਵਤਿਆਂ ਨੇ ਫੁੱਲਾਂ ਦੀ ਵਰਖਾ ਕੀਤੀ ਹੈ। ਸਭ ਹੀ ਮਿਲੇ ਬਿਰੰਚ ਮਹੇਸ਼ਾ। ਸਾਰੇ ਬ੍ਰਹਮਾ ਤੇ ਸ਼ਿਵ ਜੀ ਆਦਿਕ ਇਕੱਠੇ ਹੋਏ ਹਨ। ਸਿੱਧ ਪਿਤਰ ਰੇਖ ਜਗ ਸੁਰੇਸਾ। 84 ਸਿੱਧ ਤੇ ਪਿਤਰ ਵਿਖੀ ਤੇ ਜਾਖਸ਼ ਤੇ ਸੁਰੇਸ਼ਾ ਦਾ ਅਰਥ ਹੈ ਇੰਦਰ।
ਅਤੇ ਵਿਦਿਆ ਧਰ ਤੇ ਇਸ ਪ੍ਰਕਾਰ ਇੱਕ ਤਰ੍ਹਾਂ ਦਾ ਖੇਚਰ ਗੰਧਰਵ ਤੇ ਇਸ ਪ੍ਰਕਾਰ ਦੇ ਜਿਹੜੇ ਹਨ ਸਾਰੇ ਆਏ ਸਭ ਹੈ ਬਿਲੋਕਨ ਹਿਰਦੇ ਸ੍ਰੀ ਨਰ ਸਿੰਘ ਜੀ ਦੇ ਸਰੂਪ ਨੂੰ ਕਦੋਂ ਇਹ ਸਾਰੇ ਦੇਖਣ ਵਾਸਤੇ ਆਏ ਹਨ। ਸਰੂਪ ਨਾ ਡਰ ਗੁਰ ਥੋਰਾ ਉਸ ਤੋਂ ਭਿਆਨਕ ਸਰੂਪ ਦੇਖ ਕੇ ਇਹਨਾਂ ਦੇ ਹਿਰਦੇ ਵਿੱਚ ਥੋੜਾ ਡਰ ਨਹੀਂ ਬਹੁਤਾ ਡਰ ਹੈ। ਖਿਓ ਨਾ ਜਾਤ ਭਿਆਨਕ ਘੋਰਾ ਇਹਨਾਂ ਦੇ ਪਾਸੋਂ ਸ੍ਰੀ ਨਰ ਸਿੰਘ ਜੀ ਦਾ ਜਿਹੜਾ ਬੜਾ ਭਿਆਨਕ ਸਰੂਪ ਹੈ ਉਹ ਦੇਖਿਆ ਨਹੀਂ ਜਾਂਦਾ ਹੈ। ਆਈ ਨਾ ਸਕ ਹੈ ਸਮੀਪ ਬਹੋਰੀ ਤੇ ਫਿਰ ਉਹਦੇ ਨੇੜੇ ਨਹੀਂ ਆ ਸਕਦੇ ਹਨ। ਹਰੇ ਗੁਰ ਦੋਨੋਂ ਕਰ ਜੋਰੀ ਦੋਨੇ ਹੱਥ ਜੋੜ ਕਰਕੇ ਦੂਰ ਹੀ ਖੜੇ ਹਨ। ਬਿਦ ਸੇ ਬਤਾਦ ਅਮਰ ਜੇ ਬ੍ਰਿੰਦਾ ਵੇਦ ਬ੍ਰਹਮਾ ਤੇ ਸ਼ਿਵ ਜੀ ਆਦਿਕ ਜਿਹੜੇ ਦੇਵ ਉੱਤੇ ਹਨ ਸਮੂਹ ਹੈ ਕਥਾਨਕ ਆਨੰਦ ਕੰਦਾ ਆਨੰਦ ਦੇ ਬਦਲ ਸ੍ਰੀ ਨਰ ਸਿੰਘ ਜੀ ਦੀ ਉਸਤਤ ਕਹਿੰਦੇ ਹਨ। ਜੈ 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 ਤਬ ਸ੍ਰੀ ਜਗ ਸਾਈ ਸੁਭਾਏ ਮਾਨ ਜਗਤ ਦੇ ਮਾਲਕ ਆਪ ਜੀ ਦੀ ਮਨ ਬਾਣੀ ਸਰੀਰ ਕਰਕੇ ਤੁਹਾਡੀ ਜੈ ਜੈਕਾਰ ਹੋਵੇ। ਨਮੋ ਤ੍ਰੈ ਲੋਕਨ ਰਾਈ ਆਪ ਜੀ ਨੂੰ ਨਮਸਕਾਰ ਹੈ ਨਮਸਕਾਰ ਹੈ ਤਿੰਨਾਂ ਲੋਕਾਂ ਦੇ ਰਾਜਾ ਰੂਪ। ਨਮੋ ਨਮੋ ਭਗਤਨ ਦੁਖ ਖੰਡਨ ਭਗਤਾਂ ਦੇ ਦੁੱਖਾਂ ਨੂੰ ਨਾਸ ਕਰਨ ਵਾਲੇ ਆਪ ਜੀ ਨੂੰ ਨਮਸਕਾਰ ਹੈ ਨਮਸਕਾਰ ਹੈ। ਜੈ ਜੈ ਧਰਨੀ ਕੇ ਮੰਡਨ ਜੈ ਜੈਕਾਰ ਹੈ ਮਨ ਬਾਣੀ ਸਰੀਰ ਕਰਕੇ ਧਰਤੀ ਦੇ ਉੱਪਰ ਜੰਗ ਨੂੰ ਭੂਖਸ਼ਤ ਕਰਨ ਵਾਲੇ ਜਾਂ ਧਰਤੀ ਨੂੰ ਭੂਖਸ਼ਤ ਕਰਨ ਵਾਲੇ ਦਾਨਵ ਸਭ ਸੁਰ ਦੁਖਕਾਰੀ ਇਹ ਜਿਹੜੇ ਸਾਰੇ ਦੈਂਤ ਹਨ ਦੇਵਤਿਆਂ ਨੂੰ ਦੁੱਖ ਦੇਣ ਵਾਲੇ ਨੇ। ਗੀਤ ਸਤਨ ਤੇ ਦੀਨ ਨਿਕਾਰੀ ਜਿੱਤ ਕੇ ਘਰ ਤੋਂ ਬਾਹਰ ਕੱਢ ਦਿੱਤੇ ਹਨ ਆਪ ਜੀ ਨੇ। ਮਹਾਬਲੀ ਸੋ ਤੁਮਨੇ ਮਾਰਾ ਤੁਸਾਂ ਨੇ ਜਿਹੜਾ ਮਹਾਨ ਬਲ ਵਾਲਾ ਹਰਨਾਕਸ਼ ਦੈਂਤ ਸੀ ਉਹ ਮਾਰ ਦਿੱਤਾ ਹੈ। ਬਿਨ ਪ੍ਰਯਾਸ ਸ਼ਿਵ ਦਿਖੈ ਸੰਘਾਰਾ ਬਗੈਰ ਜਗਣ ਤੋਂ ਇੱਕ ਛਿਣ ਦੇ ਵਿੱਚ ਨਾਸ ਕਰ ਦਿੱਤਾ ਹੈ। ਕ੍ਰੋਧ ਪ੍ਰਜੁਲਤ ਅਪਾਰ ਤੁਮਾਰਾ ਤੁਹਾਡਾ ਜਿਹੜਾ ਕ੍ਰੋਧ ਹੈ ਅੱਗ ਵਾਂਗੂ ਬਹੁਤ ਪ੍ਰਜਵਲਿਤ ਹੋ ਰਿਹਾ ਹੈ ਤੇ ਪ੍ਰਗਟ ਹੋ ਰਿਹਾ ਹੈ। ਤੀਨ ਲੋਕ ਕੋ ਅਤ ਭੈਕਾਰਾ ਤਿੰਨਾਂ ਲੋਕਾਂ ਨੂੰ ਆਤਸ਼ਾ ਕਰਕੇ ਡਰ ਦੇ ਸਮੇਤ ਕਰਨ ਵਾਲਾ ਹੈ। ਦਇਆ ਸਿੰਧ ਉਪਸਮਾ ਅਬ ਕੀਜੈ ਦਇਆ ਦੇ ਸਮੁੰਦਰ ਹੁਣ ਸ਼ਾਂਤੀ ਕਰਨਾ ਕਰੋ। ਸਭ ਜਗਤ ਕੋ ਕਪੈ ਸੋ ਦੀਜੈ ਸਾਰੇ ਸੰਸਾਰ ਨੂੰ ਡਰ ਤੋਂ ਰਹਿਤ ਪਦਵੀ ਦੇਣਾ ਕਰੋ। ਅਬ ਬਿਦ ਨਿਜ ਨਿਟਰ ਕੋ ਦੇਖਾ ਉਸ ਵੇਲੇ
ਲక్ష్ਮੀ ਸੀ ਮਾਇਆ ਨੌਰ ਸਿੰਘ ਜੀ ਦੇ ਸਰੂਪ ਦੇ ਕੋਲ ਜਾ ਕੇ ਫਿਰ ਵਾਪਸ ਮੁੜ ਆਈ ਹੈ। ਉਸ ਲక్ష్ਮੀ ਨੇ ਤੇ ਬ੍ਰਹਮੇ ਦੇ ਨਾਲ ਇਸ ਪ੍ਰਕਾਰ ਦੀ ਬਾਣੀ ਕਹੀ ਹੈ। ਕਹਿਣ ਲੱਗੀ ਇਸ ਇਹੋ ਜਿਹਾ ਪਹਿਲਾਂ ਮੈਂ ਕਦੇ ਰੂਪ ਨਾ ਦੇਖਿਆ ਹੈ ਤੇ ਨਾ ਸੁਣਿਆ ਹੈ। ਤੇ ਹੁਣ ਜਿਹੋ ਜਿਹਾ ਕ੍ਰੋਧ ਵਾਲਾ ਸਰੂਪ ਕੀਤਾ ਹੈ। ਮਾਇਆ ਲక్ష్ਮੀ ਕਹਿੰਦੀ ਮੇਰੇ ਪਾਸੋਂ ਵੀ ਜਿਹੜਾ ਤੇਜ ਪ੍ਰਤਾਪ ਹੈ ਤੇ ਉਹ ਸਹਾਰਿਆ ਨਹੀਂ ਜਾਂਦਾ ਹੈ। ਤੇ ਦੇਖਣੇ ਕਰਕੇ ਮੇਰੇ ਹਿਰਦੇ ਵਿੱਚ ਵੀ ਡਰ ਪੈਦਾ ਹੁੰਦਾ ਹੈ। ਭਾਈ ਬਾਲਾ ਜੀ ਕਹਿੰਦੇ ਸੁਭਾਏ ਮਾਨ ਗੁਰੂ ਅੰਗਦ ਸਾਹਿਬ ਜੀ ਤੇ ਆਪਣੇ ਕੰਨਾਂ ਦੇ ਵਿੱਚ ਸੁਣਨਾ ਕਰੋ। ਜਿਹੜਾ ਇਤਿਹਾਸ ਆਪਣੇ ਜੀਵਨ ਦਾ ਕਥਾ ਦਾ ਪ੍ਰਹਿਲਾਦ ਭਗਤ ਜੀ ਨੇ ਕਿਹਾ ਹੈ। ਭਗਤ ਪ੍ਰਹਿਲਾਦ ਜੀ ਕਹਿਣ ਲੱਗੇ ਵੀ ਸਾਰੇ ਜਿਹੜੇ ਦੇਵਤੇ ਨੇ ਮਿਲ ਕਰਕੇ ਫਿਰ ਮੇਰੇ ਕੋਲ ਆਏ, ਮੇਰੇ ਪਾਸ ਆਏ। ਬਹੁਤ ਪ੍ਰੇਮ ਦੇ ਜਿਹੜੇ ਬਚਨ ਸੀ ਉਹ ਕਹੇ ਦੇਵਤਿਆਂ ਨੇ। ਭਗਤ ਪ੍ਰਹਿਲਾਦ ਜੀ ਕਹਿਣ ਲੱਗੇ ਉਹ ਮੈਨੂੰ ਦੇਵਤੇ ਕਹਿਣ ਲੱਗੇ ਸੁਭਾਏ ਮਾਨ ਨਰ ਸਿੰਘ ਜੀ ਦੇ ਕੋਲ ਤੁਸੀਂ ਜਾਵੋ। ਜਿਹੜਾ ਮਹਾਨ ਗੁੱਸਾ ਹੈ ਉਹ ਨਰ ਸਿੰਘ ਜੀ ਦਾ ਤੁਸੀਂ ਸ਼ਾਂਤ ਕਰਵਾਵੋ। ਭਗਤ ਪ੍ਰਹਿਲਾਦ ਜੀ ਕਹਿੰਦੇ ਭਾਈ ਬਾਬਾ ਜੀ ਦੇ ਤਾਈ ਕਿ ਤਿੰਨਾਂ ਦੇਵਤਿਆਂ ਦੇ ਇਸ ਪ੍ਰਕਾਰ ਦੇ ਮੈਂ ਵਚਨ ਸੁਣ ਕਰਕੇ ਤੇ ਮੈਂ ਨਰ ਸਿੰਘ ਜੀ ਦੇ ਪਾਸ ਉਹਨਾਂ ਦੇ ਕੋਲੇ ਗਿਆ ਤੇ ਮੇਰੇ ਹਿਰਦੇ ਵਿੱਚ ਕੋਈ ਡਰ ਨਹੀਂ ਸੀ ਕਿਸੇ ਪ੍ਰਕਾਰ ਦਾ ਕੁਝ। ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨ ਧਿਆਨ ਕਹੁ ਨਾਨਕ ਸੁਣ ਰੇ ਮਨ ਗਿਆਨੀ ਤਾਹੇ ਬਖਾਨ। ਭਗਤ ਪ੍ਰਹਿਲਾਦ ਜੀ ਕਹਿੰਦੇ ਮੇਰੇ ਹਿਰਦੇ ਵਿੱਚ ਤੇ ਕੁਝ ਡਰ ਨਹੀਂ ਸੀ ਤੇ ਮੈਂ ਨਰ ਸਿੰਘ ਜੀ ਦੇ ਕੋਲ ਗਿਆ। ਤਦੋਂ ਜਿਹੜੇ ਚਰਨ ਕਮਲ ਸੀ ਨਰ ਸਿੰਘ ਜੀ ਦੇ ਮੈਂ ਪਕੜ ਲਏ। ਸਰਬ ਕਲਾ ਸਮਰਾਤ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਡੰਡੇ ਵੱਤ ਲੰਬਾ ਪੈ ਕੇ ਨਮਸਕਾਰ ਕੀਤੀ ਹੈ। ਸੁਭਾਏ ਮਾਨ ਨਰ ਸਿੰਘ ਜੀ ਨੇ ਜਦੋਂ ਆਪਣੇ ਨੇਤਰਾਂ ਦੇ ਨਾਲ ਮੈਨੂੰ ਦੇਖਿਆ ਹੈ ਕਿ ਭਗਤ ਪ੍ਰਹਿਲਾਦ ਜੀ ਸਾਡੇ ਚਰਨਾਂ ਤੇ ਪਿਆ ਹੈ। ਨਿਡਰ ਹੋ ਕਰਕੇ ਡਰ ਤੋਂ ਰਹਿਤ ਹੋ ਕੇ ਵਿਸ਼ੇਸ਼ ਕਰਕੇ ਤੇ ਉਸ ਵੇਲੇ ਜਗਤ ਦੇ ਮਾਲਕ ਨੇ ਤਦੋਂ ਪਕੜ ਕਰਕੇ ਮੈਨੂੰ ਉਠਾਇਆ ਹੈ ਅਤੇ ਮੇਰੇ ਸਿਰ ਦੇ ਉੱਪਰ ਹੱਥ ਕਬਲ ਰੱਖ ਕਰਕੇ ਨੌ ਸਿੰਘ ਜੀ ਪ੍ਰੇਮ ਦੇ ਨਾਲ ਮੇਰਾ ਮੱਥਾ ਪਲੋਸਣ ਲੱਗੇ ਹਨ।
ਲੱਗੇ ਹਨ। ਉਸਤਤ ਮੈਂ ਕੀ ਜਗਨਾਥਾ। ਭਗਤ ਪ੍ਰਹਿਲਾਦ ਜੀ ਕਹਿੰਦੇ ਉੱਠ ਕਰਕੇ ਮੈਂ ਜਗਤ ਦੇ ਮਾਲਕ ਦੀ ਉਸਤਤ ਕੀਤੀ ਹੈ। ਓਮਿਓ ਪ੍ਰੇਮ ਹਿਰਦੇ ਕੋ ਭਾਰੀ। ਤੇ ਹਿਰਦੇ ਦਾ ਜਿਹੜਾ ਭਾਰੀ ਪ੍ਰੇਮ ਹੈ ਉਹ ਮੇਰੇ ਹਿਰਦੇ ਦੇ ਵਿੱਚ ਉਛਲਿਆ ਹੈ। ਲੋਚਨ ਤੇ ਸਰਬ ਹੀ ਜਲ ਧਾਰੀ। ਨੇਤਰਾਂ ਤੋਂ ਜਿਹੜੀ ਜਲ ਦੀ ਧਾਰਾ ਹੈ ਉਹ ਸਰਾਬ ਰਹੀ ਹੈ ਵਿਰਾਗ ਦੇ ਜਲ ਦੀ। ਭਗਤ ਬਛਲ ਪਾਰ ਬ੍ਰਹਮ ਸੁਆਮੀ। ਕਿ ਆਪ ਜੀ ਭਗਤਾਂ ਦੇ ਪਿਆਰੇ ਤੇ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਹੋ ਤੇ ਸੁਆਮੀ ਮਾਲਕ ਹੋ। ਦੀਨ ਬੰਦ ਪ੍ਰਭ ਅੰਤਰ ਜਾਮੀ। ਗਰੀਬਾਂ ਦੇ ਸੰਬੰਧੀ ਹੋ। ਗਰੀਬ ਨਿਵਾਜ ਗੁਸਾਈਆਂ ਮੇਰਾ ਨਾਥਾ ਸ਼ਤਰ ਧਰੈ। ਤੇ ਆਪ ਜੀ ਪ੍ਰਭ ਰਾਖਕ ਹੋ ਤੇ ਅੰਤਰਜਾਮੀ ਹੋ ਹਿਰਦੇ ਦੀ ਅੰਦਰਲੀ ਗੱਲ ਨੂੰ ਜਾਣਨ ਵਾਲੇ ਹੋ। ਬ੍ਰਹਮਾਦਕ ਤੇ ਅਮਰਜ ਆਵਰਾ। ਬ੍ਰਹਮਾ ਤੋਂ ਆਦਿਕ ਜਿਹੜੇ ਹੋਰ ਦੇਵਤੇ ਹਨ ਸਦਨ ਭੇਦ ਲਖਤ ਤਵ ਥੋਰਾ। ਆਪ ਜੀ ਦਾ ਥੋੜਾ ਜਿਹਾ ਵੀ ਭੇਦ ਨਹੀਂ ਜਾਣ ਸਕਦੇ। ਕਹੇ ਬੇਅੰਤ ਸਰੁਤ ਵਿਦਿਆ ਅਪਰਾ। ਤੇ ਉਹ ਵੇਦਾਂ ਦੇ ਵਿੱਚ ਜਿਹੜੀ ਵਿਦਿਆ ਦੋ ਪ੍ਰਕਾਰ ਦੀ ਵਿਦਿਆ ਹੁੰਦੀ ਹੈ। ਉਪਨਿਖਤ ਵਿੱਚ ਦੋ ਤਰ੍ਹਾਂ ਦੀ ਵਿਦਿਆ ਲਿਖੀ ਹੈ। ਇੱਕ ਪਰਾ ਤੇ ਦੂਜੀ ਅਪਰਾ। ਬ੍ਰਹਮ ਆਤਮਾ ਨੂੰ ਕਥਨ ਕਰਨ ਵਾਲੀ ਪਰਮਾਤਮਾ ਦੇ ਸਰੂਪ ਨੂੰ ਉਹਦਾ ਨਾਮ ਪਰਾ ਵਿਦਿਆ ਤੇ ਹੋਰ ਸਭ ਪ੍ਰਕਾਰ ਦੀ ਵਿਦਿਆ ਅਪਰਾ ਹੈ। ਜਾਂ ਵੇਦ ਵਿਦਿਆ ਪੜਿਆ ਏਕ ਮੇਵਾ ਦੁਤੀਯੰ ਬ੍ਰਹਮ। ਤੇ ਦੂਜੀਆਂ ਜਿਹੜੀਆਂ ਵਿਦਿਆ ਨੇ ਉਹ ਅਪਰਾ ਆਪ ਨੂੰ ਬੇਅੰਤ ਕਹਿੰਦੀਆਂ। ਇਸ ਪ੍ਰਕਾਰ ਉਹ ਵੇਦਾਂ ਦੀਆਂ ਸੁਰਤੀਆਂ ਵਿੱਚ ਆਪ ਜੀ ਨੂੰ ਇਸ ਪ੍ਰਕਾਰ ਬੇਅੰਤ ਕਿਹਾ ਹੈ। ਇਸੇ ਲਈ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਹਿਸਪ੍ਰੀਤੀ ਦੇ ਸ਼ਲੋਕਾਂ ਵਿੱਚ ਕਿਹਾ ਨੇਤ ਨੇਤ ਕਥੰਤ ਵੇਦਾ। ਬਈ ਵੇਦ ਵੀ ਆਪ ਜੀ ਨੂੰ ਬੇਅੰਤ ਬੇਅੰਤ ਕਹਿੰਦੇ ਹਨ। ਨਿਸ਼ਚੈ ਮੈਂ ਇੱਕ ਰੀਤ ਪਛਾਨੀ। ਮੈਂ ਦਾਨਵ ਕਿਹ ਲੇਖੇ ਬਪਰਾ। ਭਗਤ ਪ੍ਰਹਿਲਾਦ ਜੀ ਕਹਿੰਦੇ ਮੈਂ ਦੈਂਤ ਦਾ ਪੁੱਤਰ ਕਿਸ ਲੇਖੇ ਦੇ ਵਿੱਚ ਹਾਂ ਵਿਚਾਰਾ। ਹੋਰ ਵੀ ਆਪ ਜੀ ਦੀ ਮਰਜ਼ਾਦਾ ਨੂੰ ਕੋਈ ਜਾਣ ਨਹੀਂ ਸਕਦਾ। ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰ ਸੂਰਾ। ਜੋਗੀ ਜਤੀ। ਇਸ ਪ੍ਰਕਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕਹੇ ਨੇ ਹਰ ਕੀ ਗਤ ਨੈ ਕੋ ਜਾਣੈ। ਜੋਗੀ ਜਤੀ ਤਪੀ ਪਜ ਹਾਰੇ ਔਰ ਬਹੁ ਲੋਕ ਸਿਆਣੇ। ਇਸ ਪ੍ਰਕਾਰ ਇੱਥੇ ਵੀ ਭਗਤ ਜੀ ਕਹਿੰਦੇ ਹਨ ਕਿ ਹੋਰ ਵੀ ਕੋਈ ਜਾਣ ਨਹੀਂ ਸਕਦਾ ਹੈ ਆਪ ਜੀ ਦੀ ਮਰਜ਼ਾਦਾ ਨੂੰ। ਨਿਸ਼ਚੈ ਮੈਂ ਇੱਕ ਰੀਤ ਪਛਾਨੀ। ਭਰੋਸੇ ਕਰਕੇ ਮੈਂ ਇੱਕ ਰੀਤੀ ਜਿਹੜੀ ਹੈ ਉਹ ਪਛਾਣੀ ਹੈ ਮਰਜ਼ਾਦਾ। ਕਿਸੇ ਪ੍ਰਕਾਰ ਰੀਝ ਹੋ ਬਾਪੂ। ਆਪ ਜੀ ਕਿਸੇ ਪ੍ਰਕਾਰ ਵੀ ਪ੍ਰਸੰਨ ਨਹੀਂ ਹੁੰਦੇ ਹੋ। ਭਗਤ ਵੇਖ ਕਾ ਦੁਖ ਖਾਪੂ। ਪਰ ਪ੍ਰੇਮਾ ਭਗਤੀ ਦੇਖ ਕੇ ਆਪ ਜੀ ਸਾਰੇ ਦੁੱਖਾਂ ਨੂੰ ਨਾਸ ਕਰ ਦਿੰਦੇ ਹੋ। ਗੋਬਿੰਦ ਭਾਉ ਭਗਤ ਦਾ ਭੁੱਖਾ। ਜਿਵੇਂ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਬਚਨ ਕਹੇ ਹਨ
ਗਿਤ ਹੀ ਹੈ ਪਿੱਗਾ। ਇਸੇ ਪ੍ਰਕਾਰ ਭਗਤ ਪ੍ਰਹਿਲਾਦ ਜੀ ਕਹਿੰਦੇ ਹਨ ਕਿ ਮਹਾਰਾਜ ਕਿਸੇ ਪ੍ਰਕਾਰ ਆਪ ਜੀ ਹੋਰ ਪ੍ਰਸੰਨ ਨਹੀਂ ਹੁੰਦੇ। ਕਰੋ ਭਗਤ ਪਿਖ ਕੈ ਦੁਖ ਠਾਕੁਰ, ਪਰ ਆਪਣੀ ਭਗਤੀ ਦੇਖ ਕੇ ਆਪ ਜੀ ਭਗਤ ਵਸ਼ਲ ਹੋ ਤੇ ਉਹ ਸਾਰੇ ਦੁੱਖਾਂ ਨੂੰ ਨਾਸ ਕਰ ਦਿੰਦੇ ਹੋ। ਸੁਜਤ ਜੋ ਦਿਜ ਹੋਈ, ਦਾਸ ਗੁਣ ਸੰਯੁਤ ਜੋ ਦਿਜ ਹੋਈ। ਦਾਸ ਗੁਣਾਂ ਦੇ ਸਮੇਤ ਜਿਹੜਾ ਬ੍ਰਾਹਮਣ ਹੁੰਦਾ ਹੈ, ਉਹ ਦਾਸ ਗੁਣ ਭਾਵੇਂ ਉਸ ਬ੍ਰਾਹਮਣ ਦੇ ਵਿੱਚ ਹੋਣ, ਪਰ ਆਪ ਜੀ ਭਗਤੀ ਤੋਂ ਬਗੈਰ ਪ੍ਰਸੰਨ ਕੋਈ ਨਹੀਂ ਹੁੰਦੇ। ਭਾਵ ਭਗਤੀ ਤੋਂ ਬਿਨਾਂ ਆਪ ਜੀ ਨੂੰ ਕੋਈ ਵੀ ਪ੍ਰਸੰਨ ਨਹੀਂ ਕਰ ਸਕਦਾ ਹੈ। ਆਪ ਜੀ ਨੂੰ ਭਾਵ ਇਸ ਪ੍ਰਕਾਰ ਦਾਸ ਗੁਣਾਂ ਤੋਂ ਬਗੈਰ ਜਿਹੜਾ ਭਾਵੇਂ ਕੋਈ ਚੰਡਾਲ ਹੋਵੇ, ਵਾਲਮੀਕ ਬਟਵਾਰਾ ਜਿਵੇਂ ਸੀ, ਇਸ ਪ੍ਰਕਾਰ ਕੋਈ ਚੰਡਾਲ ਹੋਵੇ ਤੇ ਆਪ ਜੀ ਪ੍ਰੇਮ ਭਗਤੀ ਦੇ ਵਿੱਚ ਜਿਹੜਾ ਮਸਤ ਹੁੰਦਾ ਹੈ ਮਹਾਨ, ਤਿਸ ਦੇ ਸੁਦਰਸ਼ ਤਿਸ ਦੇ ਬਰਾਬਰ ਤੁਸਾਂ ਨੂੰ ਹੋਰ ਕੋਈ ਪਿਆਰਾ ਨਹੀਂ ਹੈ। ਭਗਤ ਪ੍ਰਹਿਲਾਦ ਜੀ ਕਹਿਣ ਲੱਗੇ, ਇਹ ਨਿਰਣਾ ਕਰਕੇ ਮੈਂ ਹਿਰਦੇ ਦੇ ਵਿੱਚ ਵਿਚਾਰਿਆ ਹੈ, ਨਿਸ਼ਚੇ ਕਰਕੇ ਬ੍ਰਾਹਮਣ ਦੇ ਵਿੱਚ 10 ਗੁਣ ਹੁੰਦੇ ਨੇ। ਉਹਨਾਂ ਨੂੰ ਭਗਤ ਪ੍ਰਹਿਲਾਦ ਜੀ ਇੱਥੇ ਦੱਸਦੇ ਹਨ। ਜਗ ਕਰਨਾ, ਦਾਨ ਕਰਨਾ, ਤਪ ਕਰਨਾ ਤੇ ਧਰਮ ਤੇ ਸੱਚ ਬੋਲਣਾ ਤੇ ਇਸ ਪ੍ਰਕਾਰ ਅਤੇ ਸਮ ਬਣਦੀਆਂ ਵਾਸ਼ਨਾ ਰੋਕਣੀਆਂ, ਦਮ ਇੰਦਰੀਆਂ ਦਾ ਦਮਨ ਕਰਨਾ ਅਤੇ ਧੀਰਜ ਵਾਲਾ ਹੋਣਾ ਅਤੇ ਸਹਿਣਸ਼ੀਲ ਵਾਲਾ ਸੁਭਾਅ ਹੋਣਾ ਤੇ ਈਰਖਾ ਤੋਂ ਰਹਿਤ ਹੋਣਾ। ਇਹ 10 ਗੁਣ ਵਿਚਾਰੇ ਹਨ, ਕਹੇ ਹਨ, ਗਿਣੀ ਦੇ ਹਨ। ਭਾਵੇਂ ਉਹ ਬ੍ਰਾਹਮਣਾਂ ਦੀ ਵਾਂਸ ਵਿੱਚ ਹੋਵੇ ਤੇ ਜਿਹਦਾ ਹਿਰਦਾ ਹੰਕਾਰ ਦੇ ਨਾਲ ਭਰਿਆ ਹੋਇਆ ਹੈ, ਭਾਰੀ ਤੇ ਭਗਤੀ ਤੋਂ ਬਗੈਰ ਹੈ ਤੇ ਆਗਹਾਰੀ ਜਿਹੜਾ ਉਹ ਪਾਪੀ ਹੋਵੇ, ਭਾਵੇਂ ਬ੍ਰਾਹਮਣ ਮਾਨ ਭਰਿਆ ਭਗਤੀ ਤੋਂ ਹੀਣ, ਉਸ ਗੁਣ ਪਾਪਾਂ ਤੋਂ ਲਹੋਂ ਉਸ ਦੇ ਜਿਹੜੇ ਗੁਣ ਹਨ ਤੇ ਨੀਚ ਜਾਤ ਤਜ ਕਰ ਮਨ ਮਾਨਾ। ਤੇ ਇਸ ਪ੍ਰਕਾਰ ਤੇ ਨੀਚੀ ਭਾਵ ਜਿਹੜੀ ਨੀਚ ਜਾਤ ਹੈ ਉਸ ਨੂੰ ਛੱਡ ਕਰਕੇ ਮਨ ਦੇ ਵਿੱਚ ਤੇ ਜਿਹੜਾ ਉਹ ਮਨ ਦੇ ਹੰਕਾਰ ਨੂੰ ਮੰਨਣਾ ਕੀਤਾ ਹੈ। ਤੇ ਇਸ ਲਈ ਨੀਚ ਜਾਤ ਹਰ ਜਪਤਿਆ ਉਤਮ ਪਦਵੀ ਪਾਏ। ਤੁਹਾਡੇ ਜਿਹੜਾ ਚਰਨਾਂ ਨੂੰ ਮਹਾਨ ਸੇਵਦਾ ਹੈ ਤੇ ਉਹ ਪਵਿੱਤਰ ਹੋ ਕਰਕੇ ਸਾਰੇ ਅੰਗਾਂ ਕਰਕੇ ਤੇ ਉਹ ਹੋਰਾਂ ਦੇ ਪਾਪਾਂ ਨੂੰ ਨਾਸ ਕਰ ਦਿੰਦਾ ਹੈ। ਮੇਰੀ ਬੇਨਤੀ ਸੁਣਨਾ ਕਰੋ ਤਿੰਨਾਂ ਲੋਕਾਂ ਦੇ ਮਾਲਕ।
ਜਿਹੜੀ ਹੈ ਤੇ ਉਹ ਨਰ ਸਿੰਘ ਜੀ ਨੇ ਭਗਤ ਪ੍ਰਹਿਲਾਦ ਜੀ ਕਹਿੰਦੇ ਗੁੱਸਾ ਸ਼ਾਂਤ ਕਰਕੇ ਤੇ ਇਸ ਪ੍ਰਕਾਰ ਦੀ ਬਾਣੀ ਕਹੀ ਹੈ। ਨਰ ਸਿੰਘ ਜੀ ਕਹਿਣ ਲੱਗੇ, ਹੇ ਪ੍ਰਹਿਲਾਦ ਭਗਤ, ਤੂੰ ਪੂਰਾ ਭਗਤ ਹੈ। ਕਿਸੇ ਵੀ ਵਿਧੀ ਕਰਕੇ ਤੇਰਾ ਹਿਰਦਾ ਊਣਾ ਨਹੀਂ, ਖਾਲੀ ਨਹੀਂ ਹੈ। ਜਿਹੜਾ ਤੇਰੇ ਚਿੱਤ ਦੇ ਵਿੱਚ ਇੱਛਾ ਹੋਵੇ ਉਹ ਵਰ ਮੰਗਣਾ ਕਰ। ਨੌ ਸਿੰਘ ਜੀ ਕਹਿੰਦੇ, ਤੈਨੂੰ ਦੇਣ ਵਾਸਤੇ ਕੋਈ ਮੇਰੇ ਪਾਸ ਅਜਿਹੀ ਵਸਤੂ ਅਦੇ ਨਹੀਂ ਜਿਹੜੀ ਤੈਨੂੰ ਦੇ ਨਾ ਸਕੀਏ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਗੋਪਾਲੇ ਦੇ ਪਾਸੋਂ ਸੁੱਧ ਪਾਠ ਸੁਣ ਕੇ ਜਪ ਸਾਹਿਬ ਦਾ ਤੇ ਗੁਰਤਾ ਗੱਦੀ ਦਾ ਸੰਘਾਸਣ ਦੇਣ ਵਾਸਤੇ ਤਿਆਰ ਹੋ ਗਏ ਸੀ, ਤਿਲਕ ਦੇਣ ਵਾਲੇ, ਕਿ ਸਾਡੇ ਪਾਸ ਕੋਈ ਅਜਿਹੀ ਅਦੇ ਵਸਤੂ ਨਹੀਂ ਜਿਹੜੀ ਅਸੀਂ ਨਾ ਦੇ ਸਕੀਏ। ਇਸੇ ਪ੍ਰਕਾਰ ਭਗਤ ਪ੍ਰਹਿਲਾਦ ਜੀ ਦੇ ਤਾਈ ਨਰ ਸਿੰਘ ਜੀ ਕਹਿੰਦੇ ਹਨ ਕਿ ਤੈਨੂੰ ਦਿੱਤੇ ਨਾ ਦੇਣ ਵਾਲੀ ਕੋਈ ਅਜਿਹੀ ਚੀਜ਼ ਮੇਰੇ ਪਾਸ ਨਹੀਂ, ਭਾਵ ਸਭ ਕੁਝ ਤੈਨੂੰ ਦੇਣ ਵਾਸਤੇ ਤਿਆਰ ਹਾਂ। ਭਗਤ ਪ੍ਰਹਿਲਾਦ ਜੀ ਕਹਿਣ ਲੱਗੇ, ਮੈਂ ਸੁਣ ਕਰਕੇ ਤਦੋਂ ਹੱਥ ਜੋੜ ਕੇ ਫਿਰ ਮੈਂ ਇਸ ਪ੍ਰਕਾਰ ਦੀ ਬਾਣੀ ਕਹੀ ਕਿ ਮੇਰੇ ਮਨ ਦੀਆਂ ਸਾਰੀਆਂ ਕਾਮਨਾ ਨਾਸ ਹੋ ਗਈਆਂ ਹਨ। ਤੇ ਜਿਹੜਾ ਤੁਹਾਡੀ ਕਾਮਨਾ ਦੇ ਸਮੇਤ ਭਗਤੀ ਕਰਦਾ ਹੈ ਉਸ ਨੂੰ ਤੇ ਬਾਣੀਏ ਦੇ ਸਦਰਸ਼ ਜਾਣੀਦਾ ਹੈ। ਉਹ ਸੁਭਾਏ ਬਾਣ ਨਰ ਸਿੰਘ ਜੀ ਨੇ ਫੇਰ ਵਚਨ ਕਹੇ ਹਨ ਕਿ ਤੁਸੀਂ ਆਪਣੇ ਭਗਤ ਲਖੋ ਮੁਝ ਮਹਾ ਉਦਾਰੀ। ਤੇ ਇਹ ਭਗਤ ਪ੍ਰਹਿਲਾਦ ਜੀ, ਤੁਸੀਂ ਮੈਨੂੰ ਮਹਾਨ ਉਦਾਰ ਦਿਲ ਵਾਲਾ ਜਾਣਨਾ ਕਰੋ। ਭਾਵੇਂ ਤੂੰ ਭਰੋਸੇ ਕਰਕੇ ਸਭ ਪ੍ਰਕਾਰ ਦੀ ਇੱਛਾ ਤਿਆਗ ਦਿੱਤੀ ਹੈ, ਤਾਂ ਵੀ ਮੈਨੂੰ ਪ੍ਰਸੰਨ ਕਰਨ ਵਾਸਤੇ ਤੂੰ ਕੁਝ ਮੰਗਣਾ ਕਰ, ਜਾਂ ਤਾਂ ਵੀ ਮੈਨੂੰ ਪ੍ਰਸੰਨਤਾ ਵਿੱਚ ਤੇਰਾ ਪਿਆਰ ਲੱਗ ਰਿਹਾ ਹੈ, ਇਸ ਲਈ ਕੁਝ ਮੰਗਣਾ ਕਰ। ਸਾਡੀ ਆਗਿਆ ਦੇ ਅਨੁਸਾਰ ਹੋ ਕੇ ਵਰ ਮੰਗਣਾ ਕਰ। ਮੈਂ ਤੂੰ ਮੇਰੋ ਹਿਤਕਾਰੀ। ਤੇ ਪ੍ਰਹਿਲਾਦ ਭਗਤ ਜੀ ਨੂੰ ਕਹਿਣ ਲੱਗੇ, ਤੇ ਮੇਰੇ ਸਰੀਰ ਦੇ ਵਿੱਚ ਤੂੰ ਮੇਰਾ ਪਿਆਰਾ ਹੈ। ਭਗਤ ਪ੍ਰਹਿਲਾਦ ਜੀ ਕਹਿੰਦੇ, ਮੈਂ ਹੱਥ ਜੋੜ ਕੇ ਆਗਿਆ ਮੰਨ ਕਰਕੇ ਕਿਹਾ ਕਿ ਜੇ ਆਪ ਜੀ ਦੀ ਇਸ ਪ੍ਰਕਾਰ ਦੀ ਦਇਆ। ਇੱਥੇ ਆਪਾਂ ਸਾਧ ਸੰਗਤ ਦੀ ਸਮਾਪਤੀ ਕਰਦੇ ਹਾਂ। ਜਿਵੇਂ ਅਗਲਾ ਪ੍ਰਸੰਗ ਆਵੇਗਾ ਉਹ ਕੱਲ੍ਹ ਦੇ ਸਮੇਂ ਅੰਦਰ ਵਿਚਾਰਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਬਖਸ਼ਿਸ਼ ਕਰਨ, ਐਸੇ ਸੋਖ ਉਪਦੇਸ਼ ਸਾਡੇ ਵੀ ਸਾਰਿਆਂ ਦੇ ਤਨਾਂ ਮਨਾਂ ਵਿਖੇ ਵਸਾਉਣ, ਜਿਸ ਕਰਕੇ ਲੋਕ ਸੁਖੀਏ ਪਰਲੋਕ ਸਜਦੇ ਹੋਵਾਂਗੇ ਜੀ। ਹੋਈਆਂ ਭੁੱਲਾਂ ਦੀ ਆਪ ਜੀ ਦੀ ਖਿਮਾ ਕਰਨੀ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਮੇਰੋ ਹਿਤਕਾਰੀ, ਬੰਦ ਹੱਥ ਮੈਂ ਮਾਨ ਰਜਾਇਆ, ਕਹੇ ਤੇਰਾ ਵਰ ਕੀ ਅਸ ਗਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।